ਕਨੈਕਟ ਐਫਐਮ ਕੈਨੇਡਾ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਮਨਪ੍ਰੀਤ ਰੰਧਾਵਾ। ਪੰਜਾਬ ਸਰਕਾਰ ਭਗਵੰਤ ਮਾਨ ਦੀ ਸਰਕਾਰ ਦੇ ਜਿਹੜੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਇਹਨਾਂ ਵੱਲੋਂ, ਖਾਸ ਤੌਰ ਤੇ ਉਹਨਾਂ ਪੋਸਟਰਸ ਦੇ ਵਿੱਚ, ਬੈਨਰਸ ਦੇ ਵਿੱਚ ਥਾਂ ਥਾਂ ਤੇ ਤੁਸੀਂ ਦੇਖਿਆ ਹੋਣਾ ਕਿਸ ਤਰ੍ਹਾਂ ਪਬਲਿਸਿਟੀ ਕੀਤੀ ਗਈ ਆ ਕਿ ਦੇਖੋ ਅਸੀਂ ਜਦੋਂ ਦੇ ਪੰਜਾਬ ਦੇ ਵਿੱਚ ਆਏ ਆ, ਸੱਤਾ ਪਰਿਵਰਤਨ ਹੋਇਆ ਜਾਂ ਜਿਸ ਬਹੁਮਤ ਦੇ ਨਾਲ ਅਸੀਂ ਆਏ ਆ, ਉਸ ਤੋਂ ਬਾਅਦ ਅਸੀਂ ਇੱਕ ਬਹੁਤ ਵੱਡੀ ਤਬਦੀਲੀ ਲੈ ਕੇ ਆਂਦੀ ਆ। ਔਰ ਦਾਅਵੇ ਇਹ ਵੀ ਕੀਤੇ ਜਾ ਰਹੇ ਨੇ ਕਿ ਅਸੀਂ ਭ੍ਰਿਸ਼ਟਾਚਾਰ ਮੁਕਤ ਕਰਤਾ ਪੰਜਾਬ ਨੂੰ। ਪਰ ਇਹ ਸਾਰੇ ਦੇ ਸਾਰੇ ਦਾਅਵੇ ਉਸ ਵਕਤ ਖੋਖਲੇ ਸਾਬਤ ਹੋ ਜਾਂਦੇ ਨੇ ਜਦੋਂ ਪੰਜਾਬ ਸਰਕਾਰ ਦੇ ਬਹੁਤ ਸਾਰੇ ਮਹਿਕਮਿਆਂ ਦੇ ਵਿੱਚੋਂ ਇਹੋ ਜਿਹੀਆਂ ਰਿਪੋਰਟਸ ਆਉਂਦੀਆਂ ਨੇ ਕਿ ਹਜੇ ਵੀ ਥੱਲੜੇ ਆਫਿਸਿਸ ਦੇ ਵਿੱਚ, ਜ਼ਿਲ੍ਹਿਆਂ ਦੇ ਦਫ਼ਤਰਾਂ ਦੇ ਵਿੱਚ ਉਸੇ ਤਰ੍ਹਾਂ ਦੀ ਕਰਪਸ਼ਨ ਵੀ ਜਾਰੀ ਆ, ਭ੍ਰਿਸ਼ਟਾਚਾਰ ਵੀ ਜਾਰੀ ਆ ਤੇ ਅਫਸਰਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਆ। ਤੁਸੀਂ ਦੇਖੋ ਅਮੂਮਨ ਸਰਕਾਰਾਂ ਆਉਂਦੀਆਂ ਨੇ, ਆ ਕੇ ਇੱਕੋ ਦਮ ਛਾਪੇ ਮਾਰਨ ਲੱਗ ਜਾਂਦੀਆਂ, ਕੇਸ ਦਰਜ ਕਰਨ ਲੱਗ ਜਾਂਦੀਆਂ। ਜਿਹੜੀ ਉਹਨਾਂ ਦੀ ਪੁਰਾਣੀ ਸਰਕਾਰ ਹੁੰਦੀ ਆ, ਇੱਕ ਡਰ ਪੈਦਾ ਕਰ ਦਿੰਦੀ ਆ ਉਸ ਸਰਕਾਰ ਦੇ ਵਿੱਚ। ਉਹ ਵੀ ਕਹਿਣ ਲੱਗ ਜਾਂਦੀਆਂ ਸਾਡੇ ਨਾਲ ਵੈਂਡੇਟਾ ਪੋਲਿਟਿਕਸ ਚੱਲ ਰਹੀ ਆ। ਪਰ ਇਸ ਦੌਰਾਨ ਜਿਹੜਾ ਕੋਈ ਭੂ ਮਾਫੀਆ ਹੋਵੇ, ਕੋਈ ਸਮਗਲਰਸ ਹੋਣ ਜਾਂ ਕੋਈ ਇਸ ਤਰ੍ਹਾਂ ਦੇ ਐਲੀਮੈਂਟਸ ਹੁੰਦੇ ਨੇ, ਉਹਨਾਂ ਦੇ ਖਿਲਾਫ ਖੁੱਲ੍ਹੀ ਕਾਰਵਾਈ ਆਉਂਦੇ ਸਾਰ ਸ਼ੁਰੂ ਹੋ ਜਾਂਦੀ ਆ। ਪਰ ਥੋੜ੍ਹੀ ਦੇਰ ਬਾਅਦ ਇਹਨਾਂ ਦੇ ਨਾਲ ਸਮਝੌਤੇ ਵੀ ਹੋਣੇ ਸ਼ੁਰੂ ਹੋ ਜਾਂਦੇ ਨੇ। ਜਦੋਂ ਉਹਨਾਂ ਨੂੰ ਲੱਗਦਾ ਕਿ ਇਹ ਪੂਰੀ ਤਰ੍ਹਾਂ ਡਰ ਗਏ ਆ, ਹੁਣ ਸਾਡੇ ਨੇੜੇ ਆ ਸਕਦੇ ਆ, ਸਾਡੇ ਨਾਲ ਇਹਨਾਂ ਦੀ ਸਾਂਝ ਪੈ ਸਕਦੀ ਆ, ਤੇ ਨਾਲ ਦੀ ਨਾਲ ਉਹ ਕਾਰਵਾਈ ਬੰਦ ਹੋ ਜਾਂਦੀ ਆ। ਮੇਰਾ ਕਹਿਣ ਦਾ ਭਾਵ ਆ, ਜਿਹੜੀ ਮੁਹਿੰਮ ਚਲਾਈ ਗਈ ਸੀ ਪੰਚਾਇਤੀ ਜ਼ਮੀਨਾਂ ਤੋਂ ਗੈਰ ਕਾਨੂੰਨੀ ਕਬਜ਼ਿਆਂ ਨੂੰ ਹਟਾਉਣ ਦੀ, ਉਹ ਮੁਹਿੰਮ ਕਿੱਥੇ ਚਲੀ ਗਈ? ਕੱਲੀ ਇਹ ਮੁਹਿੰਮ ਜਿਹੜੀ ਆ ਉਹੀ ਬਿਲਕੁਲ ਖਤਮ ਹੁੰਦੀ ਨਹੀਂ ਲੱਗ ਰਹੀ, ਬਲਕਿ ਤੁਹਾਨੂੰ ਯਾਦ ਆ ਪਿਛਲੇ ਦਿਨਾਂ ਦੇ ਵਿੱਚ ਇਸ ਦੇ ਮੰਤਰੀ ਸੀ ਕੁਲਦੀਪ ਸਿੰਘ ਢਾਲੀਵਾਲ, ਰੂਰਲ ਡਿਵੈਲਪਮੈਂਟ ਤੇ ਪੰਚਾਇਤੀ ਮਹਿਕਮਿਆਂ ਦੇ ਉਹ ਮੰਤਰੀ। ਉਹਨਾਂ ਨੂੰ ਤਾਂ ਅਚਾਨਕ, ਜਿਹਨੂੰ ਕਹਿੰਦੇ ਅਨਸੈਰੇਮੋਨੀਅਸਲੀ, ਅਚਾਨਕ ਹੀ ਉਹਨਾਂ ਨੂੰ ਹਟਾਤਾ। ਹਜੇ ਇੱਕ ਦਿਨ ਪਹਿਲਾਂ ਉਹ ਕਹਿੰਦੇ ਸੀ ਕਿ ਜਿਹੜੀ ਇਹ ਸਾਡੀ ਕੈਂਪੇਨ ਆ, ਅਸੀਂ 10,000 ਏਕੜ ਆਲਰੇਡੀ ਛਡਾ ਲਏ ਆ ਗੈਰ ਕਾਨੂੰਨੀ ਕਬਜ਼ੇ ਉਹਨਾਂ ਜ਼ਮੀਨਾਂ ਤੋਂ, ਜਿਹੜੀਆਂ ਪੰਚਾਇਤੀ ਜ਼ਮੀਨਾਂ ਸੀ, ਸ਼ਾਮਲਾਟ ਜ਼ਮੀਨਾਂ ਸੀ, ਜਿਹੜੇ ਅਸਰ ਤੇ ਰਸੂਖਦਾਰ ਵਿਅਕਤੀਆਂ ਦੇ ਕਬਜ਼ੇ ਹੇਠ ਸੀ। ਤੇ ਇੱਕ ਦਿਨ ਪਹਿਲਾਂ ਉਹ ਇਹ ਸਾਰੀ ਜਿਹੜੀ ਆ ਉਹ ਜਾਣਕਾਰੀ ਦੇ ਰਹੇ ਹੁੰਦੇ ਆ, ਬਿਆਨ ਦੇ ਰਹੇ ਹੁੰਦੇ ਆ, ਤੇ ਅਗਲੇ ਦਿਨ ਉਹਨਾਂ ਤੋਂ ਮਹਿਕਮਾ ਹੀ ਖੋਹ ਲਿਆ ਜਾਂਦਾ। ਤੇ ਜਿਹੜੇ ਨਵੇਂ ਮੰਤਰੀ ਆਏ ਆ, ਲਾਲਜੀਤ ਸਿੰਘ ਭੁੱਲਰ, ਕਿਤੇ ਤੁਹਾਨੂੰ ਦਿਖਾਈ ਦਿੰਦੇ ਆ? ਕਦੇ ਉਹਨਾਂ ਦੀ ਕੋਈ ਸਟੇਟਮੈਂਟ, ਕਦੇ ਉਹਨਾਂ ਨੇ ਇਸ ਤਰ੍ਹਾਂ ਦੀ ਕੋਈ ਕਾਰਵਾਈ ਕੀਤੀ ਹੋਵੇ? ਇਸ ਤਰ੍ਹਾਂ ਲੱਗਦਾ ਜਿਵੇਂ ਲੈਂਡ ਮਾਫੀਆ ਦੇ ਨਾਲ, ਭੂ ਮਾਫੀਆ ਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਸਾਂਝ ਪੈ ਗਈ ਹੋਵੇ। ਲੋਕਾਂ ਦੇ ਵਿੱਚ ਤਾਂ ਇਹੀ ਇੱਕ ਤਰ੍ਹਾਂ ਦਾ ਤੁਹਾਡਾ ਮੈਸੇਜ ਜਾ ਰਿਹਾ, ਸੰਦੇਸ਼ ਜਾ ਰਿਹਾ। ਇਸ ਤਰ੍ਹਾਂ ਦੀਆਂ ਦੋ ਤਿੰਨ ਮੈਂ ਤੁਹਾਨੂੰ ਉਦਾਹਰਨਾਂ ਜ਼ਰੂਰ ਦਊਂਗਾ, ਜਿਸ ਕਰਕੇ ਇਹ ਲੱਗਦਾ ਕਿ ਸਰਕਾਰ ਦੀ ਇੱਕ ਤਾਂ ਜਿਹੜੀ ਇਹ ਸਾਰੀ ਦੀ ਸਾਰੀ ਕੈਂਪੇਨ ਆ, ਮੁਹਿੰਮ ਆ, ਉਹ ਠੰਡੀ ਪੈ ਗਈ ਆ ਜ਼ਮੀਨਾਂ ਤੋਂ ਕਬਜ਼ੇ ਛਡਾਉਣ ਦੀ। ਦੂਸਰਾ, ਉਹਨਾਂ ਅਫਸਰਾਂ ਨੇ ਜਿਨ੍ਹਾਂ ਨੇ ਇਸ ਮੁਹਿੰਮ ਦੇ ਵਿੱਚ, ਜਿਨ੍ਹਾਂ ਦੇ ਨਾਂ ਆਏ ਸੀ, ਜਿਨ੍ਹਾਂ ਨੇ ਇਹ ਕਬਜ਼ੇ ਕਰਵਾਏ ਸੀ ਜਾਂ ਜਿਹੜੇ ਇਸ ਸਾਰੇ ਕਬਜ਼ੇ ਲਈ ਜ਼ਿੰਮੇਵਾਰ ਸੀ, ਉਹਨਾਂ ਨੂੰ ਵੀ ਕਿਤੇ ਬਖਸ਼ਣ ਦੀ ਗੱਲ ਹੋ ਰਹੀ ਹੈ, ਕਿਤੇ ਨਾ ਕਿਤੇ ਮਾਫ ਕਰਨ ਦੀ ਗੱਲ ਹੋ ਰਹੀ ਆ, ਜਾਂ ਕਿਤੇ ਲੱਗਦਾ ਕਿ ਉਹਨਾਂ ਦੇ ਨਾਲ ਵੀ ਸਮਝੌਤਾ ਹੋ ਗਿਆ। ਪਰ ਕੁਝ ਕੇਸਾਂ ਦੇ ਵਿੱਚ ਤਾਂ ਬਜਾਏ ਉਹਨਾਂ ਦੇ ਐਕਸ਼ਨ ਹੋਣ ਦੇ, ਉਹਨਾਂ ਦੀਆਂ ਪ੍ਰਮੋਸ਼ਨਸ ਤੱਕ ਹੋ ਗਈਆਂ। ਤੇ ਦੂਸਰਾ ਕੇਸ ਮੈਂ ਤੁਹਾਨੂੰ ਦੱਸੂਗਾ ਸੰਜੇ ਕੁਮਾਰ ਮਿਸ਼ਰਾ ਦਾ, ਈਡੀ ਦੇ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਉਹ ਡਾਇਰੈਕਟਰ ਜਿਹੜੇ ਕੇਂਦਰ ਸਰਕਾਰ ਦੇ ਤੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦੇ ਖਾਸਮ ਖਾਸ ਨੇ, ਬਹੁਤ ਚਹੇਤੇ ਨੇ, ਤੇ ਜਿਨ੍ਹਾਂ ਤੋਂ ਬਗੈਰ ਲੱਗਦਾ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੂੰ ਇਹ ਲੱਗਦਾ ਕਿ ਸਾਡਾ ਤਾਂ ਇਹਨਾਂ ਤੋਂ ਬਗੈਰ ਸਰਨਾ ਹੀ ਨਹੀਂ। ਜਿਸ ਵਿਅਕਤੀ ਨੂੰ, ਜਿਸ ਈਡੀ ਦੇ ਡਾਇਰੈਕਟਰ ਨੂੰ ਸੁਪਰੀਮ ਕੋਰਟ ਨੇ ਇਹ ਕਹਿ ਦਿੱਤਾ ਹੋਵੇ ਕਿ ਇਸ ਦੀ ਜਿਹੜੀ ਨਿਯੁਕਤੀ ਹੈ ਤੇ ਉਸ ਤੋਂ ਬਾਅਦ ਜਿਹੜੀਆਂ ਇਹਦੀਆਂ ਐਕਸਟੈਂਸ਼ਨਸ ਦਿੱਤੀਆਂ ਇਹਨਾਂ ਨੂੰ ਬਾਰ-ਬਾਰ, ਉਹ ਬਿਲਕੁਲ ਗੈਰ ਕਾਨੂੰਨੀ ਨੇ। ਇਸ ਕਰਕੇ ਇਹਨਾਂ ਨੂੰ 31 ਜੁਲਾਈ ਤੱਕ, ਇਸੇ 31 ਜੁਲਾਈ ਦੀ ਮੈਂ ਗੱਲ ਕਰ ਰਿਹਾ, ਇਹਨਾਂ ਨੂੰ ਚਲਤਾ ਕਰ ਦਿਓ। ਹਾਲਾਂਕਿ ਕੇਂਦਰ ਸਰਕਾਰ ਨੇ ਇਹਨਾਂ ਨੂੰ ਗਾਂਹ ਤੱਕ ਦੀ ਐਕਸਟੈਂਸ਼ਨ ਦਿੱਤੀ ਸੀ। ਇਸ ਬਾਰੇ ਵੀ ਗੱਲ ਕਰਾਂਗੇ ਕਿ ਕੀ ਸੰਜੇ ਕੁਮਾਰ ਮਿਸ਼ਰਾ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਆ ਜਿਹੜੀ, ਉਹਦੀ ਕਮਜ਼ੋਰ ਕੜੀ ਬਣ ਗਏ ਨੇ ਜਾਂ ਉਹਦੀ ਇੱਕ ਬਹੁਤ ਵੱਡੀ ਜ਼ਰੂਰਤ ਬਣ ਗਏ ਨੇ? ਪੰਜਾਬ ਸਰਕਾਰ ਦੇ, ਭਗਵੰਤ ਮਾਨ ਸਰਕਾਰ ਦੇ ਦਾਅਵੇ ਤਾਂ ਬਹੁਤ ਆ ਕਿ ਅਸੀਂ ਪੰਚਾਇਤੀ ਜ਼ਮੀਨਾਂ ਤੋਂ ਗੈਰ ਕਾਨੂੰਨੀ ਕਬਜ਼ੇ ਹਟਾ ਰਹੇ ਹਾਂ। ਇਹਨਾਂ ਕਬਜ਼ਿਆਂ ਨੂੰ ਛਡਾਉਣ ਦੇ ਦਾਅਵੇ ਬੇਹੱਦ ਨੇ, ਪਰ ਅਫਸਰ ਲੈਂਡ ਮਾਫੀਆ ਦੇ ਨਾਲ ਮਿਲ ਕੇ, ਭੂ ਮਾਫੀਆ ਦੇ ਨਾਲ ਰਲ ਕੇ
किस तरह इन्हां सारे उपरालिਆਂ ਦੀਆਂ ਧੱਜੀਆਂ उड़ा रहे ने, इस दी एक एग्जाम्पल सामने आई आ, उदाहरण सामने आई आ। दरअसल पठानकोट जिले दे विच एक केस आया जिस विच एक ब्लॉक डिवेलपमेंट ते पंचायत अफसर ने, जिन्हों असीं BDPO कहने आ, उसने अपनी रिटायरमेंट तो पहला जिन्हां नूं DDPO बना दिता गया सी, जिस तरह मैं तुहानूं पहलां भी दस्सिया, डिस्ट्रिक्ट डिवेलपमेंट एंड पंचायत अफसर, और उस तो बाद उसे अफसर नूं सरकार ने एडिशनल डिप्टी कमिश्नर डिवेलपमेंट का ਉਹਦਾ भी एक एडिशनल चार्ज दे दिता सी। और इन्नी तेज़ी दे नाल होया, ये तरीका भी मैं तुहानूं दसूँगा। इस व्यक्ति ने अपने रिटायरमेंट तो पहला जांदे जांदे अखीरले दिन इहो जिहा फैसला ले लिया कि 100 एकड़ पंचायती जमीन किसी खास अपने व्यक्ति नूं या खास निजी हत्थां दे विच देती। ये मामला हुण डिपार्टमेंट दे सामने भी आया। दरअसल तुसी सुनिया होना, नरोट जैमल सिंह ब्लॉक आ उत्थे पठानकोट जिले दे विच करोड़ां रुपए की ये जमीन आ, जिहड़ी ये अफसर किसी अपने खासम खास या खासम खास नहीं भी सी, किसी निजी हत्थां दे विच दे के चला गया। तो जदों रूरल डिवेलपमेंट महकमे नूं इस गल का पता लगा, उसने इस ते रोक तो लाती, इनकुआरी तो ऑर्डर करती, पर हजे मामला की है इस बारे मैं तुहानूं दसदा। कुलदीप सिंह नाम का ये जिहड़ा कि BDPO सी, 20 फरवरी इसे साल 20 फरवरी तक ये ब्लॉक डिवेलपमेंट एंड पंचायत अफसर सी, BDPO जिन्हों आपां कहने आ। ते इस तो बाद 21 फरवरी नूं तुसीं देखो किन्नी तेजी दे नाल सारा कुछ हुंदा। और ये पिछे कौन कौन ने, इन्हां नूं भी याद रखियो, क्योंकि आप ही अफसर अपनी तरक्की तो कर नहीं सकता, ये पिछे वड्डे अफसर जरूर होणगे। 21 फरवरी नूं इस नूं डिस्ट्रिक्ट डिवेलपमेंट एंड पंचायत अफसर भी बना दिता जाता, DDPO। और नाल दी नाल तुसीं देखो 3 दिनां दे अंदर अंदर 24 फरवरी तक इस DDPO नूं एडिशनल डिप्टी कमिश्नर, जिन्हों असीं ADC कह दिंदे आ, डिवेलपमेंट का ADC डिवेलपमेंट का चार्ज दे दिता जाता। ते इस तो बाद किते 2 छुट्टियां आ जांदियां, शनिचरवार दियां ते ऐतवार दी, जिवें सरकारी छुट्टियां हुंदियां। ते 27 तरीक नूं इस दा बतौर DDPO ते ADC दा जिहड़ा इस व्यक्ति नूं कुलदीप सिंह नूं एक एडिशनल चार्ज दिता हुंदा, ये नाल दी नाल ही कोर्ट लाउंदा, क्योंकि क्वासी जुडिशियल पावरस हुंदियां इन्हां कोले। एक कोर्ट दीयां पावरस हुंदियां, अदालत दीयां, सिविल कोर्ट दीयां पावरस दित्तियां हुंदियां। इस पावरस का इस्तेमाल करके ये 734 कनाल ते 1 मरला पंचायती लैंड नरोट जैमल सिंह ब्लॉक की पंचायत की ये दे दिंदा, जिहड़ी कि लगभग 92 एकड़ ये पंचायती जमीन बनती आ। ते तुसीं आप अंदाज़ा लाओ। और उस तो बाद तुसीं देखो एक कुलदीप सिंह रिटायर भी हो जाता। बाद दे विच डायरैक्टर नूं पता लगदा, जिहड़े पेंडू विकास महकमे दे, इस पेंडू विकास ते पंचायती महकमे दे डायरैक्टर ने, वो इसका नोटिस लैंदे ने ते इमीडिएटली इक्को दम तुरंत प्रभाव दे नाल ये जिहड़ा फैसला इस DDPO ने कम ADC ने कीता हुंदा, इस उत्ते रोक ला दिंदे ने। इन्हां दे वैसे एक फाइनैंशियल कमिश्नर भी ने जिहड़े रूरल डिवेलपमेंट दे, धनंजय कुमार तिवाड़ी, उन्होंने भी नोटिस दे विच आउंदा, वो भी अपनी इस ते रिपोर्ट जारी करदे आ। वो कहंदे हुण साडे ध्यान दे विच आ गया ते असीं किसी ना किसी तरह का इस अफसर ते कोई एक्शन जरूर लवांगे। पर तुसीं देखो इस अफसर ने कीता की, जदों ये एक ही दिन दे विच फैसला कीता इन्हें 27 फरवरी नूं, क्योंकि जदों ही ये मामला इस दी कोर्ट दे विच आया और पहले दिन कोर्ट ला रहा, तुसीं देखो इन्हें ना कोई गवाह बुलाया, ना कोई विटनेस बुलाया, ना ही जिहड़ा कोई रेवन्यू रैकड सी, जिहड़ा पुराना माल महकमे का रैकड सी, खास तौर पर 26 जनवरी 1950 तो बाद लगभग 73 सालों का यह रैकड बनता, इन्हें किसी तरह का कोई रैकड नहीं मंगाया। तो अपनी इन्हें कार्रवाई पाती कि ये जिहड़ी लैंड आ ये ट्रांसफर की जाती है, सारी की सारी जमीन 93 एकड़ ट्रांसफर की जाती है। तो उस तो बाद कुलदीप सिंह का कहना, कुछ पत्रकारों ने इस नाल गलबात करने की कोशिश की, कहता जी मैं तो सारा कुछ कानून के हिसाब के नाल कीता, तुसीं दसो गैर कानूनी की है। पर इसने अफसरां नूं, चाहे वह डायरैक्टर आ, चाहे वह फाइनैंशियल कमिश्नर आ, उन्होंने तो लगता कि सारा कुछ गैर कानूनी होया। तो जे कानूनी होया हुंदा तो इस ते की रोक लगती। वैसे पिछले दिनों दे विच
द ट्रिब्यून अंग्रेजी का अखबार आ, उसने भी इस नूं पूरी तरह हाईलाइट किया सी। उन्हां दे एक सीनियर पत्रकार ने विश्व भारती, उन्होंने जो ये खबर लाई तो पंजाब के जिहड़े चीफ सैक्रटरी बने ने हुण अनुराग वर्मा, उन्होंने ध्यान दे विच भी आई, बल्कि उन्होंने उस खबर का नोट लैके उहदे नाल अटैच करके अपने ही महकमे नूं लिखिया कि मैनूं इहदी पूरी जानकारी दो। तो हुण पता यह भी लगा कि इस महकमे ने चीफ सैक्रटरी नूं रिपोर्ट तो जमा करवाती है, हुण ये सबमिट भी करवाती है। लगभग इस तरह की गल ही सामने आई आ, ਜਾਂ जो उन्होंने अपने तत्थ पेश किए आ कि जो भी इस कुलदीप सिंह वालों बतौर DDPO बतौर ADC डिवेलपमेंट ये फैसला लिया गया, वो कानून के हिसाब के नाल नहीं लिया गया, गैर कानूनी सी। सो इस करके बनती कार्रवाई की जाए। की कार्रवाई की जाऊगी ये समा दसूगा। और मैं तुहानूं एक होर केस दसदा, क्योंकि कार्रवाई इत्थे हुंदी नहीं है, गल्लां बहुत हुंदियां ने। हुण तुसीं याद करो अल्फा इंटरनैशनल सिटी कॉलोनी, अल्फा इंटरनैशनल सिटी कॉलोनी वो आ जिहड़ी अमृतसर दे विच भगतूपुरे की जमीन सी। तुसीं वो सारा केस याद करो, उस दे विच भी अज तक कोई कार्रवाई नहीं हुई। और इस सरकार लई, भगवंत मान सरकार लई, पंजाब सरकार लई ये पहला टैसट केस सी जिथों इन्हां ने निकलना सी, इत्थों पास होके आउणा सी, या अपनी इन्हां ने ये चीज़ दिखाउणी सी कि हाँ जी असी भ्रिष्टाचार के खिलाफ बगैर किसी समझौते तो लड़ांगे। पर एक वो केस आ जिथे सरकार ने लगदा पूरी तरह समझौता कर लिया। हुण तुसीं देखो इस केस दे विच 32 कनाला 16 मरले इस अल्फा इंटरनैशनल सिटी कॉलोनी नूं किस तरह दिते गए। और तुसीं कुलदीप सिंह धालीवाल नूं याद करो, 11 जून की मैं पिछले साल सन 2022 की उन्हां दी प्रैस कॉन्फ्रेंस की गल कर रहा, जिहदे विच इस मंत्री ने खुद मन्निया कि 28 करोड़ का घाटा सानू मुढ़ले तौर पर लगता कि साडा हो गया, सरकार नूं चूना लाया गया, सरकार का रेवन्यू का लॉस होया ते असी इस दी इनकुआरी करावांगे। बड़ा चंगा लगा सारिआं नूं कि चलो एक सरकार आई आ, ये जो कहंदी आ वो करदी आ। खैर तुसीं देखो इहदी इनकुआरी भी ऑर्डर कर दी गई। और इसे महकमे दे रूरल डिवेलपमेंट एंड पंचायती महकमे के जिहड़े ज्वाइंट कमिश्नर ने अमित कुमार, ज्वाइंट कमिश्नर डिवेलपमेंट, उन्हों का एक 3 मैंबरी पैनल बनाया सी, तुहानूं ये भी याद होना। उन्होंने इनकुआरी भी की सी। इनकुआरी करन तो बाद किन्ने अफसरां नूं ते नाल मंत्री नूं भी, तृप्त रजिंदर सिंह बाजवा कांग्रेस के कैबिनेट मिनिस्टर सी, इन्हां नूं भी उन्होंने दोषी पाया कि इन्हां ने उस वक्त ये सारी की सारी जमीन दे दी गई इस अल्फा इंटरनैशनल सिटी कॉलोनी नूं जदों हजे पंजाब दे विच मॉडल कोड ऑफ कंडक्ट लगा होया सी, सरकार नवीं बणी नहीं सी, ट्रांजिशन दे विच सरकार सी। 11 मार्च की मैं गल कर रहा। और तुसीं ये भी याद कर लो कि 10 मार्च नूं रिजल्ट आए सी पंजाब असैंबली सन 2022 दीआं चोणां दे। 10 मार्च नूं रिजल्ट ते 11 मार्च नूं कार्रवाई कर रहे आ तृप्त रजिंदर बाजवा। ते बाद च किते कुछ पत्रकारां नाल गल कर रहे सी, कहंदे सानूं पता नहीं सी कि मॉडल कोड ऑफ कंडक्ट लगा ते असीं कर ली। और 16 मार्च सन 2022 नूं पंजाब दे मुख मंत्री सौं चकदे ते उस तो बाद सारे कैबिनेट मिनिस्टर आउंदे ने, वो सौं चकदे ने, यानी कि सरकार 16 मार्च तो बाद दी बनदी आ। पर इन्हां ने इस दरम्यान इस चीज़ का फायदा उठाया और ये जिहड़ी सारी जमीन सी ये किस तरह हथों हथ ट्रांसफर करती। और इसे कमेटी ने जिहड़ी कुलदीप सिंह धालीवाल ने बनाई सी बतौर मंत्री, इन्हां ने राहुल भंडारी, ये एक IAS अफसर ने, सीनियर IAS अफसर ने, ये उस वक्त फाइनैंशियल कमिश्नर सी, इसे महकमे दे सी, इन्हां ने भी इस ते दस्तखत किए हुए आ, उदों ये भी उत्थे मौजूद सी। इस तरह एक होर IAS अफसर जिहड़े उस वक्त इस महकमे दे डायरैक्टर सी मनप्रीत सिंह छटवाल, इन्हां नूं भी दोषी पाया गया। ते 2 होर इस महकमे दे अफसर, एक दा नाम सी जोगिंदर कुमार जिहड़े डिप्टी डायरैक्टर सी, ते एक दा नाम सी जगविंदरजीत सिंह संधू, ये भी डिप्टी डायरैक्टर सी। वैसे जगविंदरजीत सिंह संधू की तुसीं ये भी याद करो, ये ट्रिब्यून दे विच ही इन्हां दी एक खबर लगी सी जिहदे विच कहा सी कि इन्हां ने 9 कनालां गिफ्ट दे विच देतियां, गिफ्ट दे विच देतियां बगैर किसी पैसे लए तो सरकार नूं 51 ਲੱਖ ते 11,000 का घाटा इन्हां ने पाया सी। ते हुण तुहानूं मैं एक होर गल दस्सण जा रहा,
ਇਹਨਾਂ ਉੱਤੇ ਕਾਰਵਾਈ ਤਾਂ ਕੀ ਹੋਣੀ ਸੀ, ਜੋਗਿੰਦਰ ਕੁਮਾਰ ਤੇ ਜਗਵਿੰਦਰਜੀਤ ਸਿੰਘ ਸੰਧੂ ਤੇ, ਜਿਹੜੇ ਕਿ ਦੋਨੇ ਡਿਪਟੀ ਡਾਇਰੈਕਟਰ ਸੀ ਇਸ ਮਹਿਕਮੇ ਤੇ, ਬਲਕਿ ਇਹਨਾਂ ਨੂੰ ਤਾਂ ਪ੍ਰਮੋਸ਼ਨਾਂ ਦੇ ਕੇ ਨਵਾਜ਼ਤਾ, ਇਹਨਾਂ ਦੋਨਾਂ ਨੂੰ ਜੁਆਇੰਟ ਡਾਇਰੈਕਟਰ ਬਣਾਤਾ। ਇਹ ਹੈ ਕਾਰਵਾਈ ਸਰਕਾਰ ਦੀ। ਸਰਕਾਰ ਅੱਜ ਤੱਕ ਤੁਸੀਂ ਦੱਸੋ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਇਸ ਕੇਸ ਦੇ ਵਿੱਚ ਕਿਸੇ ਨੇ ਬੁਲਾਇਆ? ਕਿਸੇ ਨੇ ਰਾਹੁਲ ਭੰਡਾਰੀ ਤੋਂ ਕਿਸੇ ਤਰ੍ਹਾਂ ਦੀ ਕੋਈ ਪੁੱਛਗਿੱਛ ਕੀਤੀ ਆ? ਕਿਸੇ ਨੇ ਮਨਪ੍ਰੀਤ ਸਿੰਘ ਛਟਵਾਲ, ਇਹ ਦੋਨੇ IAS ਅਫਸਰ ਨੇ, ਇਹਨਾਂ ਤੋਂ ਪੁੱਛਗਿੱਛ ਕੀਤੀ ਆ? ਤੇ ਫਿਰ ਲੋਕਾਂ ਤੋਂ ਇਹ ਉਮੀਦ ਕਰਨੀ ਕਿ ਲੋਕ ਸਾਨੂੰ ਕਹਿਣ ਕਿ ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਕੰਮ ਕਰਦੇ ਹਾਂ। ਸੋ ਇਸੇ ਕਰਕੇ ਲੋਕਾਂ ਨੂੰ ਲੱਗਦਾ ਕਿ ਤੁਹਾਡੀਆਂ ਗੱਲਾਂ ਬਹੁਤ ਆ, ਤੁਹਾਡਾ ਪ੍ਰੋਪੇਗੈਂਡਾ ਬਹੁਤ ਆ, ਤੁਹਾਡੀ ਪਬਲਿਸਿਟੀ ਬਹੁਤ ਆ। ਤੁਹਾਡੇ ਹੀ ਜਿਹੜੇ ਮੁਖੀ ਨੇ ਅਰਵਿੰਦ ਕੇਜਰੀਵਾਲ, ਉਹ 3-3 ਸਾਲਾਂ ਦੇ ਵਿੱਚ 1100 ਕਰੋੜ ਸਿਰਫ ਪ੍ਰੋਪੇਗੈਂਡੇ ਤੇ ਖਰਚ ਕਰ ਦਿੰਦੇ ਆ। ਇਹ ਮੈਂ ਨਹੀਂ ਕਹਿੰਦਾ, ਇਹ ਖੁਦ ਅਰਵਿੰਦ ਕੇਜਰੀਵਾਲ ਦੀ ਸਰਕਾਰ ਸੁਪਰੀਮ ਕੋਰਟ ਦੇ ਵਿੱਚ ਐਫੀਡੇਵਿਟ ਦਿੰਦੀ ਹੈ ਜਾ ਕੇ ਕਿ ਅਸੀਂ 1100 ਕਰੋੜ ਖਰਚੇ ਆ। ਸੋ ਜੇ ਤੁਸੀਂ ਸਾਰੀ ਦੀ ਸਾਰੀ ਸਰਕਾਰ ਸਿਰਫ ਪ੍ਰੋਪੇਗੈਂਡਾ ਤੇ ਚਲਾਉਣੀ ਆ, ਸਿਰਫ ਪਬਲਿਸਿਟੀ ਤੇ ਚਲਾਉਣੀ ਆ, ਤੇ ਫਿਰ ਜਿਹੜੇ ਆਹ ਕੇਸ ਆ ਕੁਲਦੀਪ ਸਿੰਘ ਧਾਲੀਵਾਲ ਨੂੰ, ਸਵਾਲ ਤਾਂ ਇਹ ਵੀ ਪੈਦਾ ਹੁੰਦੇ ਆ, ਕੁਲਦੀਪ ਸਿੰਘ ਧਾਲੀਵਾਲ ਨੂੰ ਤੁਸੀਂ ਇਸੇ ਕਰਕੇ ਤਾਂ ਨਹੀਂ ਕਿਤੇ ਸਾਈਡਲਾਈਨ ਕਰਤਾ, ਪਾਸੇ ਕਰਤਾ ਕਿ ਯਾਰ ਇਹ ਤਾਂ ਕਿਤੇ ਬਹੁਤ ਜ਼ਿਆਦਾ ਆਪਣੇ ਆਪ ਤੋਂ ਵੀ ਬਾਹਰ ਹੋ ਕੇ ਕਾਰਵਾਈ ਕਰ ਰਿਹਾ, ਜਾਂ ਜਿਹੜੇ ਵਿਅਕਤੀਆਂ ਦੇ ਨਾਲ ਅਸੀਂ ਸਾਂਝ ਪਾਉਣੀ ਸੀ ਉਹ ਕਿਤੇ ਨਾਰਾਜ਼ ਨਾ ਹੋ ਜਾਣ, ਭੂ ਮਾਫੀਆ ਨਾਲ ਨਾਰਾਜ਼ ਹੋ ਜੇ, ਅਫਸਰ ਨਾਲ ਨਾਰਾਜ਼ ਹੋ ਜਾਣ। ਸੋ ਥੋੜੀ ਦੇਰ ਲਈ ਕੁਲਦੀਪ ਸਿੰਘ ਧਾਲੀਵਾਲ ਨੂੰ ਪਾਸੇ ਹੀ ਕਰ ਦਿਓ ਤੇ ਲਾਲਜੀਤ ਸਿੰਘ ਭੁੱਲਰ ਨੂੰ ਲੈ ਆਓ, ਜਿਹੜੇ ਕਾਰਵਾਈ ਕਰਨ ਨਾ ਕਰਨ ਕੋਈ ਫਰਕ ਹੀ ਨਹੀਂ ਪੈਂਦਾ। ਇਹ ਸਾਰੀਆਂ ਚੀਜ਼ਾਂ ਲੋਕ ਦੇਖ ਰਹੇ ਨੇ। ਇਹ ਠੀਕ ਆ, ਤੁਹਾਡਾ ਆਪਣਾ ਜਿਹੜਾ ਪਬਲਿਸਿਟੀ ਆ ਜਾਂ ਤੁਹਾਡੀ ਆਪਣੀ ਐਡਵਰਟਾਈਜ਼ਮੈਂਟਸ ਆ ਉਹ ਲੋਕਾਂ ਤੱਕ ਜ਼ਰੂਰ ਪਹੁੰਚਦੀ ਹੋਊਗੀ, ਪਰ ਇਹ ਜਿਹੜੇ ਐਕਸ਼ਨ ਆ, ਹੁਣ ਤੁਸੀਂ ਇਹਦੇ ਵਿੱਚ ਇੱਕ ਚੀਜ਼ ਹੋਰ ਦੇਖੋ, ਸਰਕਾਰ ਦਾ ਕਹਿਣਾ ਸੀ ਔਰ ਸਰਕਾਰ ਦੇ ਵੱਡੇ ਅਫਸਰ ਨੇ CMO 'ਚ ਲੱਗੇ ਨੇ, ਔਰ ਭਗਵੰਤ ਮਾਨ ਦੇ ਇਹ ਪ੍ਰਿੰਸੀਪਲ ਸੈਕਟਰੀ ਨੇ, ਮੈਂ ਵੇਨੂ ਪ੍ਰਸਾਦ ਦੀ ਗੱਲ ਕਰ ਰਿਹਾ, ਸੀਨੀਅਰ IAS ਅਫਸਰ, ਹੁਣ ਤਾਂ ਰਿਟਾਇਰ ਹੋਣ ਵਾਲੇ ਨੇ। ਇਹਨਾਂ ਨੂੰ ਜਦੋਂ ਪ੍ਰੈਸ ਨੇ ਪੁੱਛਿਆ ਕਿ ਤੁਸੀਂ ਇਸ ਭਗਤੂਪੁਰਾ ਜ਼ਮੀਨ ਕਾਂਡ ਦੇ ਵਿੱਚ ਜਾਂ ਇਸ ਸਕੈਮ ਦੇ ਵਿੱਚ ਕਾਰਵਾਈ ਕਿਉਂ ਨਹੀਂ ਕੀਤੀ, ਤੇ ਇਹਨਾਂ ਦਾ ਜਵਾਬ ਸੀ ਅਸੀਂ ਜਿਹੜੀ ਫਾਈਲ ਆ ਉਹ ਭੇਜੀ ਹੋਈ ਆ ਪੰਜਾਬ ਦੇ ਐਡਵੋਕੇਟ ਜਨਰਲ ਵਿਨੋਦ ਘਈ ਨੂੰ, ਤੇ ਉਹ ਜਿੰਨੀ ਦੇਰ ਤੱਕ ਸਾਨੂੰ ਆਪਣਾ ਓਪੀਨੀਅਨ ਨਹੀਂ ਦੇਣਗੇ ਜਾਂ ਆਪਣਾ ਫੈਸਲਾ ਨਹੀਂ ਦੇਣਗੇ, ਉਨੀ ਦੇਰ ਤੱਕ ਅਸੀਂ ਇਸ ਤੇ ਕਾਰਵਾਈ ਨਹੀਂ ਕਰ ਸਕਦੇ। ਲਗਭਗ ਸਾਲ ਹੋ ਗਿਆ ਤੇ ਜਿਹੜੀ ਇਹ ਗੱਲ ਕਹੀ ਹੋਈ ਹੈ ਇਸ ਨੂੰ ਵੀ 4 ਮਹੀਨੇ ਹੋ ਗਏ, ਤੇ ਤੁਸੀਂ ਆਪ ਦੱਸੋ, ਜਾਂ ਤਾਂ ਫਿਰ ਸਰਕਾਰ ਦੇ ਵਿੱਚ ਪੂਰੀ ਕਮੀ ਹੈ ਕਿ ਇਹਨਾਂ ਨੇ ਹਜੇ ਤੱਕ ਫੈਸਲਾ ਮੰਗਵਾਇਆ ਨਹੀਂ ਇਸ ਪੰਜਾਬ ਸਰਕਾਰ ਦੇ ਵਿੱਚ, ਭਗਵੰਤ ਮਾਨ ਦੀ ਸਰਕਾਰ ਦੇ ਵਿੱਚ, ਤੇ ਜਾਂ ਫਿਰ ਪੰਜਾਬ ਐਡਵੋਕੇਟ ਜਨਰਲ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਮੋਰਲ ਮਿਸਕੰਡਕਟ ਦੇ ਵਿੱਚ ਫਸੇ ਹੋਏ ਸੀ, ਉਹਨਾਂ ਤੇ ਖੈਰ ਉਹ ਤਾਂ ਕਾਰਵਾਈ ਨਹੀਂ ਹੋਈ, ਪਰ ਜਿਹੜਾ ਇਹ ਓਪੀਨੀਅਨ ਦੇਣਾ ਸੀ ਕਿ ਭਗਤੂਪੁਰੇ ਦੀ ਜ਼ਮੀਨ ਜਦੋਂ 11 ਮਾਰਚ ਨੂੰ ਇਹਦਾ ਸਾਰਾ ਕਾਗਜ਼ੀ ਕਾਰਵਾਈ ਕੀਤੀ ਗਈ, ਕੀ ਠੀਕ ਕੀਤੀ ਗਈ, ਕੀ ਗਲਤ ਕੀਤੀ ਗਈ, ਇਸ ਤੇ ਕੋਈ ਓਪੀਨੀਅਨ ਦਿੱਤਾ, ਜਾਂ ਇਸ ਕੇਸ ਨੂੰ ਤੁਸੀਂ ਬਿਲਕੁਲ ਦੱਬ ਕੇ ਬਹਿ ਗਏ ਹੋ? ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਸੀ ਕਿ ਜਿਹੜਾ 28 ਕਰੋੜ ਦੀ ਗੱਲ ਕੁਲਦੀਪ ਧਾਲੀਵਾਲ ਕਰਦੇ ਸੀ, ਜਿਹੜੇ ਮੰਤਰੀ ਸੀ ਸਾਬਕਾ ਇਸੇ ਮਹਿਕਮੇ ਦੇ, ਉਹ ਤਾਂ ਹੁਣ 40 ਕਰੋੜ ਤੋਂ ਵੀ ਵੱਧ ਦਾ ਚੂਨਾ ਲੱਗ ਗਿਆ ਪੰਜਾਬ ਸਰਕਾਰ ਨੂੰ, ਪਰ ਉਸ ਤੇ ਤੁਹਾਡਾ ਕੋਈ ਕਿਸੇ ਤਰ੍ਹਾਂ ਦਾ ਕੋਈ ਅਸਰ ਨਹੀਂ। ਪੰਜਾਬ ਦੇ ਮੁੱਖ ਮੰਤਰੀ ਨੂੰ ਸਪੈਸ਼ਲੀ ਇਹਨਾਂ ਨੇ ਰਿਪੋਰਟ ਭੇਜੀ ਸੀ, ਔਰ ਕੁਲਦੀਪ ਸਿੰਘ ਧਾਲੀਵਾਲ ਨੇ ਉਸ ਦਿਨ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਮੈਂ ਸਾਰੀ ਦੀ ਸਾਰੀ ਇਨਕੁਆਇਰੀ ਰਿਪੋਰਟ ਪੰਜਾਬ ਦੇ ਮੁੱਖ ਮੰਤਰੀ ਨੂੰ ਦੇ ਆਇਆ, ਤੇ ਪੰਜਾਬ ਦੇ ਮੁੱਖ ਮੰਤਰੀ ਭੇਜ ਦਿੰਦੇ ਨੇ ਥੱਲੇ ਵੇਨੂ ਪ੍ਰਸਾਦ ਨੂੰ, ਕਹਿੰਦੇ ਜੀ ਓਪੀਨੀਅਨ ਲਓ, ਪੰਜਾਬ ਦੇ AG ਦਾ ਓਪੀਨੀਅਨ ਲਓ। ਯਾਨੀ ਕਿ ਤੁਸੀਂ ਫਾਈਲ ਖੇਡੀ ਜਾਣਾ, ਇੱਕ ਦੂਸਰੇ ਨਾਲ ਚਿੱਠੀ ਖੇਡੀ ਜਾਣਾ, ਔਰ ਲੋਕਾਂ ਨੂੰ ਤੁਸੀਂ ਇਸੇ ਤਰ੍ਹਾਂ ਕਹੀ ਜਾਣਾ ਕਿ ਦੇਖੋ ਜੀ ਕਾਰਵਾਈ ਹੋਈ ਆ, ਤੇ ਜੇ 1.5 ਸਾਲ ਤੋਂ ਤੁਹਾਨੂੰ ਉੱਪਰ ਹੋ ਗਿਆ ਔਰ ਤੁਸੀਂ ਉਸ ਕੇਸ ਤੇ ਕਾਰਵਾਈ ਨਹੀਂ ਕੀਤੀ, ਤੇ ਫਿਰ ਤੁਹਾਡੇ ਤੋਂ ਲੋਕ ਹੋਰ ਕੀ ਉਮੀਦ ਕਰਨਗੇ? ਸੰਜੇ ਕੁਮਾਰ ਮਿਸ਼ਰਾ ਦੀ ਨਿਯੁਕਤੀ ਨੂੰ ਲੈ ਕੇ, ਉਹਨਾਂ ਦੀਆਂ ਐਕਸਟੈਂਸ਼ਨਸ ਨੂੰ ਲੈ ਕੇ ਸੁਪਰੀਮ ਕੋਰਟ ਨੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੂੰ ਬਿਲਕੁਲ ਸਪਸ਼ਟ ਕਰਤਾ ਸੀ 11 ਜੁਲਾਈ ਨੂੰ। ਇਸੇ 11 ਜੁਲਾਈ ਨੂੰ ਜਦੋਂ ਸੁਣਵਾਈ ਹੋਈ ਸੀ, ਸੁਪਰੀਮ ਕੋਰਟ ਇਸ ਮੁਲਕ ਦੀ ਸਿਖਰਲੀ ਅਦਾਲਤ ਨੇ ਇਹ ਗੱਲ ਕਹਿਤੀ ਸੀ ਕਿ ਜਿਹੜੀ ਇਹ ਤੁਸੀਂ ਨਿਯੁਕਤੀ ਕੀਤੀ ਹੈ ਤੇ ਬਾਰ-ਬਾਰ ਇਸ ਵਿਅਕਤੀ ਨੂੰ ਬਤੌਰ ED ਦੇ ਡਾਇਰੈਕਟਰ ਤੁਸੀਂ ਇਹਨੂੰ ਅੱਗੇ ਵਧਾ ਰਹੇ ਹੋ ਜਾਂ ਇਹਨਾਂ ਦੀਆਂ ਐਕਸਟੈਂਸ਼ਨਸ ਦੇ ਰਹੇ ਹੋ, ਗੈਰ ਕਾਨੂੰਨੀ ਨੇ। ਤੇ 31 ਜੁਲਾਈ ਤੱਕ ਇਸ ਅਫਸਰ ਨੂੰ ਬਦਲ ਕੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਤੁਹਾਡੇ ਕੋਲ ਕੋਈ ਹੋਰ ਕਾਬਿਲ ਅਫਸਰ ਨਹੀਂ ਹੈ। ਪਰ ਤੁਸੀਂ ਦੇਖੋ, ਇਹ ਉਸ ਵਕਤ ਤਾਂ ਸੁਣ ਕੇ ਚਲੇ ਗਏ
ਤੇ ਬਾਅਦ 'ਚ ਜਾ ਕੇ ਭਾਰਤੀ ਜਨਤਾ ਪਾਰਟੀ ਨੇ ਸੋਚਿਆ ਜਾਂ ਭਾਰਤ ਦੀ ਸਰਕਾਰ ਨੇ ਸੋਚਿਆ ਕਿ ਜੇ ਸੰਜੇ ਕੁਮਾਰ ਮਿਸ਼ਰਾ ਚਲਾ ਗਿਆ ਤੇ ਫਿਰ ਅਸੀਂ ਕਰਾਂਗੇ ਕੀ। ਲੱਗਦਾ ਤਾਂ ਇਸ ਗੱਲ ਤੋਂ ਇਹੀ ਆ। ਬੀਤੇ ਕੱਲ ਇਹ ਫੇਰ ਸੁਪਰੀਮ ਕੋਰਟ ਦੇ ਵਿੱਚ ਚਲੇ ਗਏ। ਇਹਨਾਂ ਦੇ ਜਿਹੜੇ ਸੋਲਿਸਿਟਰ ਜਨਰਲ ਨੇ ਤੁਸ਼ਾਰ ਮਹਿਤਾ ਉਹ ਗਏ ਨੇ, ਭਾਰਤ ਸਰਕਾਰ ਦੇ ਦੂਸਰੇ ਨੰਬਰ ਦੇ ਵਕੀਲ, ਕਿਉਂਕਿ ਪਹਿਲੇ ਅਟਾਰਨੀ ਜਨਰਲ ਹੁੰਦੇ ਆ। ਇਹ ਜਦੋਂ ਜਾ ਕੇ ਇਹਨਾਂ ਨੇ ਅਪੀਲ ਕਰਤੀ ਤੇ ਇੱਕ ਤਰ੍ਹਾਂ ਦੀਆਂ ਮਿੰਨਤਾਂ ਕਰਨ ਲੱਗੇ ਸੁਪਰੀਮ ਕੋਰਟ ਦੀਆਂ। ਕਹਿੰਦੇ ਜੀ ਸੰਜੇ ਕੁਮਾਰ ਮਿਸ਼ਰਾ ਨੂੰ ਸਾਨੂੰ 15 ਅਕਤੂਬਰ ਤੱਕ ਦੇ ਦਿਓ, 15 ਅਕਤੂਬਰ ਤੱਕ ਦੇ ਦਿਓ, ਇਹਨਾਂ ਨੂੰ ਨਾ ਹਟਾਓ, ਕਿਉਂਕਿ ਬਹੁਤ ਅਹਿਮ ਕੇਸ ਚੱਲਦੇ ਨੇ ਇਹਨਾਂ ਦੇ। ਤੁਸੀਂ ਦੇਖੋ ਜਿਹੜੇ ਤਰਕ ਨੇ ਉਹ ਕਿਸ ਤਰ੍ਹਾਂ ਦੇ ਨੇ। ਇਸੇ ਤਰ੍ਹਾਂ ਕਹਿੰਦੇ ਜਿਹੜੇ ਇੰਟਰਨੈਸ਼ਨਲ ਮਾਮਲੇ ਨੇ, ਮਨੀ ਲਾਂਡਰਿੰਗ ਦੇ ਮਾਮਲੇ ਨੇ, ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਹੁੰਦੀ ਆ ਜਿਹਨੂੰ FATF ਵੀ ਕਹਿ ਦਿੰਦੇ ਆ, ਕਹਿੰਦੇ ਉਹਦੇ ਬਹੁਤ ਸਾਰੇ ਮਾਮਲੇ ਆ ਇੰਟਰਨੈਸ਼ਨਲ ਲੈਵਲ ਤੇ ਰਿਵਿਊ ਹੋ ਰਿਹਾ ਤੇ ਇਹਨਾਂ ਸਾਰੇ ਮਾਮਲਿਆਂ ਦਾ ਪਤਾ ਕੇਵਲ ਸੰਜੇ ਕੁਮਾਰ ਮਿਸ਼ਰਾ ਨੂੰ ਆ। ਇਸ ਕਰਕੇ ਜੇ ਇਹ ਚਲੇ ਗਏ ਤੇ ਸਾਡੀ ਜਿਹੜੀ ਇਹ ਕੈਂਪੇਨ ਆ, ਜਿਹੜੀ ਮੁਹਿੰਮ ਆ, ਉਹ ਫੇਲ ਹੋ ਜੂਗੀ। ਬੜੀ ਹੈਰਾਨੀ ਦੀ ਗੱਲ ਹੁੰਦੀ ਆ ਜਿਸ ਤਰ੍ਹਾਂ ਦੇ ਤਰਕ ਭਾਰਤ ਸਰਕਾਰ ਦੇ ਰਹੀ ਆ ਸੁਪਰੀਮ ਕੋਰਟ ਦੇ ਵਿੱਚ ਜਾ ਕੇ। ਇੱਥੋਂ ਤਾਂ ਇਹ ਲੱਗਦਾ ਕੱਲ ਨੂੰ ਕੋਈ ਪ੍ਰਧਾਨ ਮੰਤਰੀ ਕਹੂਗਾ ਜੀ ਮੇਰੇ ਤਾਂ ਹਜੇ ਮਾਮਲੇ ਹੀ ਬਹੁਤ ਪਏ ਆ, ਮੈਨੂੰ ਇਸ ਤਰ੍ਹਾਂ ਕਰੋ ਹਜੇ ਨਾ ਲਾਓ, ਮੈਨੂੰ 2 ਸਾਲ ਹੋਰ ਰਹਿ ਲੈਣ ਦਿਓ। ਕੋਈ ਵੀ ਜਿਹੜਾ ਪ੍ਰਾਈਮ ਮਿਨਿਸਟਰ ਛੱਡੋ ਮੁੱਖ ਮੰਤਰੀ ਵੀ ਕਹੂਗਾ, ਫਿਰ ਕੋਈ ਮੰਤਰੀ ਵੀ ਕਹੂਗਾ, ਫਿਰ ਕੋਈ ਚੀਫ ਸੈਕਟਰੀ ਕਹੂਗਾ, DGP ਕਹੂਗਾ ਕਿ ਮੇਰੇ ਤਾਂ ਬੜੇ ਅਹਿਮ ਮਾਮਲੇ ਚੱਲਦੇ ਆ, ਮੇਰੇ ਤੋਂ ਬਗੈਰ ਤਾਂ ਕੰਮ ਹੀ ਨਹੀਂ ਹੋਣਾ, ਮੈਨੂੰ ਰਿਟਾਇਰ ਨਾ ਕਰੋ, ਮੈਨੂੰ ਨਾ ਘੱਟੋ ਘੱਟ ਸੇਵਾ ਮੁਕਤ ਕਰੋ, ਮੈਨੂੰ ਹਜੇ 2-3 ਸਾਲ ਦੀ ਹੋਰ ਐਕਸਟੈਂਸ਼ਨ ਦੇ ਦਿਓ। ਫਿਰ ਤਾਂ ਕੋਈ ਰਿਟਾਇਰ ਹੀ ਨਹੀਂ ਹੋਊਗਾ। ਇਹੀ ਤਰਕ ਇਹਨਾਂ ਨੇ ਜਾ ਕੇ ਲਿਆ, ਪਰ ਦਰਅਸਲ ਗੱਲ ਇਹਦੇ ਪਿੱਛੇ ਕੋਈ ਹੋਰ ਆ, ਉਹ ਤੁਹਾਨੂੰ ਵੀ ਪਤਾ। ਉद्धਵ ਠਾਕਰੇ ਨੇ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਬਿਆਨ ਕੀਤਾ। ਉद्धਵ ਠਾਕਰੇ ਜਿਹੜੇ ਮਹਾਰਾਸ਼ਟਰ ਸਰਕਾਰ ਦੇ ਸਾਬਕਾ ਮੁੱਖ ਮੰਤਰੀ ਰਹੇ ਨੇ ਮਹਾਰਾਸ਼ਟਰ ਦੇ, ਉਹਨਾਂ ਨੇ ਕਿਹਾ ਦਰਅਸਲ ਭਾਰਤੀ ਜਨਤਾ ਪਾਰਟੀ ਇਹ ਜਿਹੜੇ ਬਾਕੀ 37-38 ਪਾਰਟੀਆਂ ਆਪਣੇ ਨਾਲ ਜੋੜੀ ਫਿਰਦੀ ਆ, ਇਹ ਤਾਂ ਐਵੇਂ ਆ। ਇਹਨਾਂ ਦੇ 3 ਮੁੱਖ ਅਲਾਇੰਸ ਪਾਰਟਨਰਸ ਨੇ। ਇੱਕ ਤਾਂ ਹੈ ED ਐਨਫੋਰਸਮੈਂਟ ਡਾਇਰੈਕਟੋਰੇਟ, ਇੱਕ ਇਹਨਾਂ ਦਾ ਪਾਰਟਨਰ ਹੈ CBI ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ, ਤੇ ਤੀਸਰਾ ਹੈ IT ਇਨਕਮ ਟੈਕਸ ਵਿਭਾਗ। ਇਹ ਆ ਇਹਨਾਂ ਦੇ ਪਾਰਟਨਰ ਜਿਨ੍ਹਾਂ ਦੇ ਸਿਰ ਉੱਤੇ ਇਹ ਪੂਰੇ ਭਾਰਤ ਦੇ ਵਿੱਚ ਰਾਜਨੀਤੀ ਕਰਦੇ ਆ, ਜਿਨ੍ਹਾਂ ਦੇ ਸਿਰ ਤੇ ਇਹ ਸਰਕਾਰਾਂ ਤੋੜਦੇ ਆ, ਜਿਨ੍ਹਾਂ ਦੇ ਸਿਰ ਤੇ ਇਹ ਲੀਡਰਸ ਨੂੰ ਡਰਾਉਂਦੇ ਨੇ, ਧਮਕਾਉਂਦੇ ਨੇ, ਕੇਸ ਦਰਜ ਕਰਦੇ ਨੇ, ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਦੇ ਨੇ। ਦਰਅਸਲ ਕਹਿੰਦੇ ਇਸ ਕਰਕੇ ਇਹਨਾਂ ਨੂੰ ਜ਼ਰੂਰਤ ਆ ਕਿ ਸੰਜੇ ਕੁਮਾਰ ਮਿਸ਼ਰਾ, ਇਹਨਾਂ ਨੂੰ ਤਾਂ ਸਾਰੇ ਸਾਡੇ ਰਾਜ ਪਤਾ, ਇਹਨਾਂ ਨੂੰ ਸਾਡਾ ਢੰਗ ਤਰੀਕਾ ਵੀ ਪਤਾ। ਤੇ ਇਹ ਗੱਲ ਨਾ ਭੁੱਲੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬੜੀਆਂ ਅਹਿਮ ਚੋਣਾਂ ਆਉਣ ਵਾਲੀਆਂ ਨੇ। ਅਹਿਮ ਚੋਣਾਂ ਰਾਜਸਥਾਨ ਦੀਆਂ, ਮੱਧ ਪ੍ਰਦੇਸ਼ ਦੀਆਂ, ਛੱਤੀਸਗੜ੍ਹ ਦੀਆਂ, ਤੇਲੰਗਾਨਾ ਦੀਆਂ। ਤੇ ਜੇ ਇਹ ਭਾਰਤੀ ਜਨਤਾ ਪਾਰਟੀ ਇਹ ਚੋਣਾਂ ਹਾਰ ਜਾਂਦੀ ਆ, ਮਾੜਾ ਪਰਫਾਰਮ ਕਰਦੀ ਆ, ਤਾਂ ਤੁਸੀਂ ਆਪ ਸੋਚੋ ਸਨ 2024 ਦੀਆਂ ਚੋਣਾਂ ਦੇ ਵਿੱਚ ਕਿਸ ਹੌਸਲੇ ਨਾਲ ਭਾਰਤੀ ਜਨਤਾ ਪਾਰਟੀ ਜਾਊਗੀ, ਕੀ ਕਹੂਗੀ ਲੋਕਾਂ ਨੂੰ। ਜਦੋਂ ਲੋਕਾਂ ਨੂੰ ਇਹ ਪਤਾ ਲੱਗ ਜਾਊਗਾ ਕਿ ਇਹ ਤਾਂ ਇਲੈਕਸ਼ਨ ਤੋਂ ਬਾਅਦ ਇਲੈਕਸ਼ਨ ਹੀ ਹਾਰੀ ਜਾਂਦੀ ਆ, ਇਹਨਾਂ ਦੇ ਤਾਂ ਹੁਣ ਪੱਲੇ ਕੋਈ ਰਿਹਾ ਨਹੀਂ, ਹੁਣ ਕੋਈ ਨਵੀਂ ਬਦਲਾਅ ਲੈ ਕੇ ਆਓ ਜਾਂ ਨਵੀਂ ਚੇਂਜ ਲੈ ਕੇ ਆਓ, ਤੇ ਫਿਰ ਇਹਦਾ ਨੁਕਸਾਨ BJP ਨੂੰ ਆ। ਤੇ BJP ਨੂੰ ਇਹ ਵੀ ਪਤਾ ਕਿ ਅਕਤੂਬਰ ਤੋਂ ਇਹ ਸਾਰਾ ਕੰਮ ਸ਼ੁਰੂ ਹੋ ਜਾਣਾ। 15 ਅਕਤੂਬਰ ਇਸ ਕਰਕੇ ਮੰਗਦੇ ਆ, ਇਹ ਸਾਰਾ ਕੁਝ ਵਿਰੋਧੀ ਪਾਰਟੀਆਂ ਕਹਿ ਰਹੀਆਂ ਨੇ। ਤੇ ਵਿਰੋਧੀ ਪਾਰਟੀਆਂ ਨੂੰ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਵੀ ਐਡ ਕਰਦਾ, ਜੋੜ ਜਾਂ, ਜਿਹੜਾ ਉਹਨਾਂ ਨੇ ਬੇਭਰੋਸਗੀ ਦਾ ਮਤਾ ਲੈ ਕੇ ਆਂਦਾ, ਨੋ ਕੌਨਫੀਡੈਂਸ ਮੋਸ਼ਨ ਲੋਕ ਸਭਾ ਦੇ ਵਿੱਚ, ਉਹ ਇਸ ਕਰਕੇ ਨਹੀਂ ਲੈ ਕੇ ਆਂਦਾ ਕਿ ਉਹਨਾਂ ਨੂੰ ਲੱਗਦਾ ਕਿ ਅਸੀਂ ਜਿੱਤ ਜਾਾਂਗੇ। ਉਹਨਾਂ ਨੂੰ ਪਤਾ ਸਾਡੀ ਨਫਰੀ, ਸਾਡੀ ਗਿਣਤੀ ਲੋਕ ਸਭਾ ਦੇ ਵਿੱਚ ਘੱਟ ਆ, ਅਸੀਂ ਇਹ ਮਤਾ ਸਾਡੇ ਖਿਲਾਫ ਜਾਊਗਾ। ਪਰ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਨੀਪੁਰ ਵਾਇਲੈਂਸ ਤੇ ਪਾਰਲੀਮੈਂਟ ਦੇ ਵਿੱਚ ਆ ਕੇ ਸਟੇਟਮੈਂਟ ਨਹੀਂ ਸੀ ਦੇ ਰਹੇ, ਇਸ ਕਰਕੇ ਸਿਰਫ ਇਹ ਮਤਾ ਲੈ ਕੇ ਆਂਦਾ ਕਿ ਘੱਟੋ ਘੱਟ ਜਦੋਂ ਇਹ ਮਤਾ ਲੈ ਕੇ ਆਵਾਂਗੇ ਫਿਰ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੋਲਣਾ ਹੀ ਪਊਗਾ। ਸਿਰਫ ਇਹ ਮਕਸਦ ਆ। ਸੋ ਤੁਸੀਂ ਆਪ ਹੁਣ ਅੰਦਾਜ਼ਾ ਲਾਓ ਕਿ ਭਾਰਤ ਸਰਕਾਰ ਜਾਂ ਇਸ ਟਾਈਮ ਜਿਹੜਾ ਸਾਡੇ ਮੁਲਕ ਦਾ ਲੋਕਤੰਤਰ ਚੱਲ ਕਿਸ ਤਰ੍ਹਾਂ ਰਿਹਾ। ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ, ਮੈਂ ਮਨਪ੍ਰੀਤ ਰੰਧਾਵਾ।